15ਵੀਂ पौड़ी 18ਵੀਂ। ਰਕਤ ਬਿੰਦ ਕਰ ਨਿਮਿਆ, ਚਿਤਰ ਚਲਿਤਰ ਬਚਿੱਤਰ ਬਣਾਇਆ। ਗਰਭ ਕੁੰਡ ਵਿੱਚ ਰੱਖਿਆ, ਜੀਉ ਪਾਏ ਤਨ ਸਾਜ ਸੁਹਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਕਤ ਬਿੰਦ ਕਰ ਨਿਮਿਆ, ਚਿਤਰ ਚਲਿਤਰ ਬਚਿੱਤਰ ਬਣਾਇਆ। ਭਾਈ ਗੁਰਦਾਸ ਜੀ ਇੱਥੇ ਪਰਮੇਸ਼ਰ ਦੀਆਂ ਦਾਤਾਂ ਬਾਰੇ ਆਪਾਂ ਨੂੰ ਸੋਝੀ ਦਿੰਦੇ ਹਨ ਤੇ ਫਿਰ ਨਾਲ ਹੀ ਨਾਲ ਇਨਸਾਨ ਜਿਹੜਾ ਹੈ ਉਹ ਕੀ ਭੁੱਲ ਕਰਦਾ ਹੈ, ਉਹ ਕਿੱਥੇ ਮਾਰ ਖਾਂਦਾ ਹੈ, ਉਹ ਕਿੱਥੇ ਗਲਤੀ ਕਰਦਾ ਹੈ। ਇਹ ਸਾਰੀਆਂ ਦਾਤਾਂ ਭਾਵੇਂ ਪਰਮੇਸ਼ਰ ਦੀਆਂ ਹਨ, ਪਰ ਇਹ ਇਨਸਾਨ ਨੂੰ ਸਭ ਕੁਝ ਮਿਲਦਿਆਂ ਹੋਇਆਂ ਵੀ, ਇਹਦੇ ਕੋਲ ਸਭ ਕੁਝ ਹੁੰਦਿਆਂ ਹੋਇਆਂ ਵੀ, ਪਰਮੇਸ਼ਰ ਦਾ ਦਿੱਤਾ ਸਭ ਕੁਝ ਹੁੰਦਿਆਂ ਹੋਇਆਂ ਵੀ ਇਹ ਭੁੱਲ ਕਰਦਾ ਹੈ। ਇਹ ਫਿਰ ਵੀ ਮਾਰ ਖਾ ਜਾਂਦਾ ਹੈ। ਕਿਸ ਵਾਸਤੇ ਇਹਦੇ ਨਾਲ ਇਹ ਹਾਲ ਹੁੰਦਾ ਹੈ? ਕਿਉਂ ਐਸਾ ਇਹ ਇਨਸਾਨ ਨਾਲ ਹੁੰਦਾ ਹੈ? ਕਿਉਂ ਇਹ ਜਿਹੜਾ ਹਨ ਹਮੇਸ਼ਾ ਬੇਮੁਖ ਹੋ ਕੇ ਰਹਿ ਜਾਂਦਾ ਹੈ? ਭਾਈ ਗੁਰਦਾਸ ਜੀ ਨੇ ਇੱਥੇ ਆਪਾਂ ਨੂੰ ਸਭ ਤੋਂ ਪਹਿਲਾਂ ਵੀ ਇਹ ਇਨਸਾਨ ਦੀ ਜਿਹੜੀ ਬਣਾਵਟ ਹੈ ਜਾਂ ਇਹ ਸਰੀਰ ਦੀ ਜਿਹੜੀ ਓਰੀਜਿਨ ਹੈ, ਇਹ ਸਰੀਰ ਕਿਵੇਂ ਬਣਦਾ ਹੈ, ਉੱਥੋਂ ਸ਼ੁਰੂ ਕਰਕੇ ਆਪਾਂ ਨੂੰ ਅਖੀਰ ਤੱਕ ਦੱਸਦੇ ਹਨ ਕਿ ਇਨਸਾਨ ਜਿਹੜਾ ਹੈ ਪਰਮਾਤਮਾ ਨੂੰ ਕਿਵੇਂ ਭੁਲਾਉਂਦਾ ਹੈ। ਰਕਤ ਬਿੰਦ ਕਰ ਨਿਮਿਆ, ਰਕਤ ਮਾਂ ਦੀ ਰਕਤ, ਮਾਂ ਦਾ ਜਿਹੜਾ ਖੂਨ ਹੈ, ਓਮ ਜਿਹਨੂੰ ਕਹਿੰਦੇ ਹਨ, ਤੇ ਬਿੰਦ ਜਿਹੜਾ ਸਪਰਮ ਹੈ, ਕਹਿੰਦੇ ਇਹ ਜਿਹੜਾ ਪਿਤਾ ਦਾ, ਕਹਿੰਦੇ ਇਹ ਸਰੀਰ ਬਣਿਆ ਕਿਵੇਂ ਹੈ? ਰਕਤ ਬਿੰਦ ਕਰ ਨਿਮਿਆ, ਕਹਿੰਦੇ ਜਦੋਂ ਇਹ ਦੋਨਾਂ ਦਾ ਮੇਲ ਹੁੰਦਾ ਹੈ ਤਾਂ ਫਿਰ ਇਹਦੀ ਜਿਹੜੀ ਹੈ ਓਰੀਜਿਨ ਸ਼ੁਰੂ ਹੁੰਦੀ ਹੈ। ਇਨਸਾਨ ਦਾ ਸਰੀਰ ਉੱਥੋਂ ਬਣਨਾ ਸ਼ੁਰੂ ਹੁੰਦਾ ਹੈ। ਚਿਤਰ ਚਲਿਤਰ ਬਚਿੱਤਰ ਬਣਾਇਆ। ਦੇਖੋ ਪਰਮੇਸ਼ਰ ਦਾ ਜਿਹੜਾ ਹੈ ਐਸੀ ਜਿਹੜੀ ਖੇਡ ਹੈ, ਉਸਨੇ ਐਸਾ ਜਿਹੜਾ ਚਿੱਤਰ ਮੀਨਸ ਇੱਕ ਜਿਹੜਾ ਹੈ ਇੱਕ ਸ਼ੇਪ, ਜਿਹੜਾ ਹਨ ਆਪਾਂ ਸ਼ੇਪ ਕਹਿ ਲਈਏ ਜਾਂ ਨਕਸ਼ਾ ਕਹਿ ਲਈਏ, ਸੋ ਇੱਕ ਸ਼ੇਪ ਪਰਮਾਤਮਾ ਨੇ ਬਣਾਇਆ। ਫਿਰ ਕਹਿੰਦੇ ਚਰਿੱਤਰ, ਫਿਰ ਉਹਦੇ ਵਿੱਚ ਪਰਮਾਤਮਾ ਨੇ ਆਪਣੀ ਸ਼ਕਤੀ ਪਾ ਕੇ ਉਹਦਾ ਇੱਕ ਚਰਿੱਤਰ ਹੁੰਦਾ ਵੀ ਉਹ ਕੁਝ ਕਰਨ ਜੋਗਾ ਹੋ ਜਾਂਦਾ, ਉਹਦੇ 'ਚ ਸ਼ਕਤੀ ਪਾ ਦਿੱਤੀ, ਉਹ ਹਿੱਲਣ ਜੋਗਾ ਹੋ ਗਿਆ। ਫਿਰ ਤੀਜੀ ਗੱਲ ਬਚਿੱਤਰ ਜਿਹੜਾ ਹੈ ਉਹਦੀ ਫਿਰ ਕੀ ਹੁੰਦਾ ਹੈ, ਉਹਨੂੰ ਸੋਚ ਜਿਹੜਾ ਹਨ ਉਹਦੇ ਵਿੱਚ ਸ਼ਕਤੀ ਤਾਂ ਆ ਗਈ। ਫਿਰ ਬਚਿੱਤਰਪਣਾ ਉਹਦੇ ਵਿੱਚ ਆਉਂਦਾ ਕਿ ਉਹ ਬਹੁਤ ਸਾਰੇ ਕੰਮ, ਬਹੁਤ ਸਾਰੀਆਂ ਸੋਚਾਂ ਉਹ ਇੱਕ ਯੂਨੀਕ ਤਰ੍ਹਾਂ ਦੇ ਨਾਲ ਆਪਣੇ ਆਪ ਵਿੱਚ ਉਹ ਪੈਦਾ ਕਰ ਲੈਂਦਾ ਹੈ। ਮਤਲਬ ਕਿ ਚਿੱਤਰ ਪਰਮਾਤਮਾ ਨੇ ਬਣਾਇਆ, ਚਰਿੱਤਰ ਉਹਦੇ ਵਿੱਚ ਪਰਮਾਤਮਾ ਨੇ ਚੇਤਨ ਸ਼ਕਤੀ ਆਪਣੀ ਪਾਈ, ਪਰ ਕਹਿੰਦੇ ਇਹ ਬਚਿੱਤਰ ਤਾਂ ਬਣਦਾ ਹੈ ਜਦੋਂ ਇਹਦੀ ਮਨ ਘੜਤ, ਜੋ ਮਨ ਦੇ ਵਿੱਚ ਫਿਰ ਖਿਆਲ ਉਤਪੰਨ ਹੋਣੇ ਸ਼ੁਰੂ ਹੁੰਦੇ ਨੇ। ਸੋ ਉਹ ਵੀ ਇਹਦੇ ਪ੍ਰਾਲਬੱਧ ਕਰਮਾਂ ਕਰਕੇ ਇਹਦਾ ਜਿਹੜਾ ਹੈ ਐਸੇ ਇਹਨੂੰ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਨੇ। ਫਿਰ ਹਰ ਇੱਕ ਆਪਣਾ ਜੀਵਨ ਜਿਹੜਾ ਇੰਨਾ ਯੂਨੀਕ ਬਣਾ ਕੇ ਰੱਖਦਾ ਹੈ ਕਿ ਇੱਕ ਇਨਸਾਨ ਦੀ ਸੋਚ ਦੂਜੇ ਨਾਲ ਮਿਲਦੀ ਨਹੀਂ, ਇੱਕ ਦੂਜੇ ਦਾ ਜਿਹੜਾ ਖਿਆਲ ਨਹੀਂ ਮਿਲਦਾ, ਇੱਕ ਦੂਜੇ ਦੀ ਸਲਾਹ ਨਹੀਂ ਮਿਲਦੀ। ਸੋ ਇਹ ਸਾਰਾ ਬਚਿੱਤਰਪਣਾ ਜਿਹੜਾ ਹੈ ਪਰਮਾਤਮਾ ਨੇ ਐਸੀ ਜਿਹੜੀ ਅਚਰਜ ਖੇਡ ਬਣਾਈ ਹੈ, ਇਹ ਇਨਸਾਨ ਨੂੰ ਬਣਾਇਆ ਤੇ ਐਸਾ ਬਣਾਇਆ ਜਿਹੜਾ ਕਿ ਹਰ ਇੱਕ ਬੰਦਾ ਯੂਨੀਕ ਹੈ, ਹਰ ਇੱਕ ਬੰਦਾ ਅੱਡ ਹੈ, ਹਰ ਇੱਕ ਬਣਾਵਟ ਅੱਡ ਹੈ। ਗਰਭ ਕੁੰਡ ਵਿੱਚ ਰੱਖਿਆ। ਹੁਣ ਦੇਖੋ ਇਹ ਜਦੋਂ ਬਣਿਆ ਕਿਵੇਂ ਬਣਿਆ ਸੀਗਾ, ਕਹਿੰਦੇ ਜਦੋਂ ਇਹ ਰਕਤ ਤੇ ਬਿੰਦ ਦਾ ਜਦੋਂ ਮੇਲ ਹੋਇਆ, ਇਹ ਜਿਹੜਾ ਹੈ ਵੂਮ ਦੇ ਵਿੱਚ, ਜਿਹੜਾ ਮਾਤਾ ਦੇ ਧਰਨ ਦੇ ਵਿੱਚ, ਕੁੱਖ ਦੇ ਵਿੱਚ ਇਹ ਤਾਂ ਵਾਸਾ ਹੋਇਆ। ਜੀਉ ਪਾਏ ਤਨ ਸਾਜ ਸੁਹਾਇਆ। ਜੀਉ ਪਾਏ ਕਹਿਣ ਲਗੇ ਇਹਨੇ ਜੀਉ ਪਾਇਆ, ਇਹਦੇ ਵਿੱਚ ਪਰਮਾਤਮਾ ਨੇ ਆਪਣੀ ਜੋਤ ਪਾਈ ਇਹਦੇ ਵਿੱਚ, ਤਾਂ ਇਹਦੇ ਵਿੱਚ ਜਾ ਕੇ ਇਹਦਾ ਜੀਉ, ਇਹਦੀ ਸੋਲ ਜਾ ਕੇ ਟਿਕ ਗਈ। ਸੋ ਜਦੋਂ ਇਹਦੀ ਸੋਲ ਅੰਦਰ ਜਾ ਕੇ ਟਿਕੀ ਤਾਂ ਫਿਰ ਇਹ ਸਰੀਰ ਜਿਹੜਾ ਹੈ ਪਰਮਾਤਮਾ ਨੇ ਫਿਰ ਮਾਤਾ ਦੇ ਗਰਭ ਵਿੱਚ ਇਹਨੂੰ ਸਾਜਿਆ, ਇਹਨੂੰ ਸਿਰ ਦਿੱਤਾ, ਹੱਥ ਪੈਰ ਇਹਦੇ ਬਣਾਏ, ਇਹਨੂੰ ਸਾਰੇ ਜਿਹੜੇ ਅੰਗ ਪਤੰਗ ਇਹਦੇ ਪੂਰੇ ਕੀਤੇ। ਮੂੰਹ ਅੱਖੀ ਤੇ ਨੱਕ ਕੰਨ। ਹੁਣ ਦੇਖੋ ਭਾਈ ਗੁਰਦਾਸ ਜੀ ਕਿੰਨੇ ਡਿਟੇਲ ਵਿੱਚ ਜਾ ਰਹੇ ਨੇ। ਕਹਿੰਦੇ ਪਰਮਾਤਮਾ ਨੇ ਇਹਨੂੰ ਮੂੰਹ ਦਿੱਤਾ, ਮੂੰਹ ਅੱਖੀ ਤੇ ਨੱਕ ਕੰਨ, ਕਹਿੰਦੇ ਇਹਨੂੰ ਮੂੰਹ ਦਿੱਤਾ। ਇਹ ਮੂੰਹ ਜਿਹੜਾ ਮਾਊਥ ਹੈ, ਕਹਿੰਦੇ ਅੱਖਾਂ ਆਈਜ਼ ਇਹਨੂੰ ਦਿੱਤੀਆਂ, ਨੱਕ ਨੋਜ਼ ਦਿੱਤਾ, ਇਹਨੂੰ ਕੰਨ ਜਿਹੜਾ ਈਅਰਸ ਦਿੱਤੇ। ਹੁਣ ਦੇਖੋ ਇਹ ਸਾਰਾ ਜਿਹੜਾ ਹੈ ਪਰਮਾਤਮਾ ਨੇ ਇਹਨੂੰ ਇਹ ਸਭ ਕੁਝ ਦਿੱਤਾ। ਪਹਿਲੀ ਗੱਲ ਹੈ ਇਹਨੂੰ ਮੂੰਹ ਦਿੱਤਾ ਤਾਂ ਕਰਕੇ ਤੂੰ ਜਿਹੜਾ ਹੈ ਪਰਮੇਸ਼ਰ ਦਾ ਨਾਮ ਜਪ ਸਕੇ, ਤੇਰੇ ਕੋਲ ਆਵਾਜ਼ ਹੋਵੇ ਬੋਲਣ ਵਾਲੀ, ਤੂੰ ਸ਼ਬਦ ਜਿਹੜਾ ਹੈ ਉਚਾਰਨ ਕਰ ਸਕੇ, ਤੂੰ ਵਾਹਿਗੁਰੂ ਵਾਹਿਗੁਰੂ ਕਰ ਸਕੇ।
ਫਿਰ ਤੈਨੂੰ ਜਿਹੜੀਆਂ ਹਨ ਅੱਖਾਂ ਵੀ ਦਿੱਤੀਆਂ। ਕਹਿੰਦੇ ਅੱਖਾਂ ਉਸ ਪਰਮੇਸ਼ਰ ਦੇ ਰੂਪ ਨੂੰ ਦੇਖਣ ਵਾਸਤੇ, ਸ਼ਬਦ ਦੇ ਦਰਸ਼ਨ ਕਰਨ ਵਾਸਤੇ, ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ। ਫਿਰ ਤੈਨੂੰ ਦਿੱਤਾ ਨੱਕ, ਕਿ ਨੱਕ ਦੇ ਨਾਲ ਤੂੰ ਉਹ ਸੁਗੰਧੀ ਨੂੰ ਸੁੰਘਣ ਵਾਸਤੇ, ਜੋ ਸੁਗੰਧੀ ਜਿਹੜੀ ਹੈ ਗੁਰੂ ਚਰਨਾਂ ਦੀ ਹੈ। ਫੇਰ ਜਿਹੜਾ ਹੈ ਤੈਨੂੰ ਕੰਨ ਦਿੱਤੇ ਸ਼ਬਦ ਨੂੰ ਸੁਣਨ ਵਾਸਤੇ, ਤਾਂ ਕਰਕੇ ਵੀ ਤੂੰ ਸ਼ਬਦ ਨੂੰ ਸੁਣ ਕਰਕੇ ਤੂੰ ਆਪਣੀ ਸੁਰਤੀ ਨੂੰ ਜੋੜ ਸਕੇ। ਤਾਂ ਇਹ ਸਾਰੇ ਜਿਹੜੇ ਹਨ ਇੰਦਰੀਆਂ ਜਿਹੜੀਆਂ ਇਹ ਪੂਰੀਆਂ ਕੀਤੀਆਂ। ਫਿਰ ਹੱਥ ਪੈਰ ਦੰਦ ਵਾਲ ਗਨਾਇਆ। ਫਿਰ ਤੈਨੂੰ ਹੱਥ ਦਿੱਤੇ, ਹੱਥ ਇਸ ਕਰਕੇ ਦਿੱਤੇ ਕਿ ਤੂੰ ਸੇਵਾ ਕਰ ਸਕੇ, ਤੂੰ ਦੂਸਰੇ ਦਾ ਭਲਾ ਕਰ ਸਕੇ। ਤੈਨੂੰ ਪੈਰ ਇਸ ਕਰਕੇ ਦਿੱਤੇ ਕਿ ਤੂੰ ਚੱਲ ਕਰਕੇ ਗੁਰੂ ਦੇ ਦਰਸ਼ਨ ਕਰ ਸਕੇ, ਤੂੰ ਚੱਲ ਕਰਕੇ ਆਪਣੇ ਕਰਮ ਕਾਜ ਕਰ ਸਕੇ, ਤੂੰ ਚੱਲ ਕਰਕੇ ਕਿਸੇ ਦਾ ਭਲਾ ਕਰ ਸਕੇ। ਤੂੰ ਫਿਰ ਜਿਹੜਾ ਹੈ ਫਿਰ ਦੰਦ ਦਿੱਤੇ ਚਿੱਥਣ ਵਾਸਤੇ ਵੀ ਜਿਹੜਾ ਖਾਣਾ ਹੈ ਤੇਰੇ ਮੂੰਹ ਦੇ ਵਿੱਚ ਤੂੰ ਖਾਣ ਜੋਗਾ ਹੋ ਜਾਵੇਂ। ਫਿਰ ਇਹ ਦੰਦ ਦਿੱਤੇ ਮੂੰਹ ਦੇ ਸ਼ਿੰਗਾਰ ਵਾਸਤੇ, ਤਾਂ ਕਰਕੇ ਤੇਰਾ ਮੂੰਹ ਸ਼ਿੰਗਾਰਿਆ ਜਾਵੇ, ਸੋਹਣਾ ਲੱਗੇ। ਫਿਰ ਜਿਹੜੇ ਵਾਲ ਦਿੱਤੇ ਤੈਨੂੰ, ਕੇਸ ਦਿੱਤੇ ਪਰਮਾਤਮਾ ਨੇ ਜਿਹੜੇ ਹਨ ਆਪਣੀ ਸੋਭਾ ਬਣਾਉਣ ਵਾਸਤੇ, ਤੇਰੀ ਸੁੰਦਰਤਾ ਨੂੰ ਵਧਾਉਣ ਵਾਸਤੇ। ਤੇ ਉਹ ਕੇਸ ਮਹਾਰਾਜ ਨੇ ਦਿੱਤੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਸਾਡੀ ਮੋਹਰ ਹੈ। ਸੋ ਇਹ ਕੇਸ ਸਤਿਗੁਰਾਂ ਨੇ ਆਪਾਂ ਨੂੰ ਜਿਹੜਾ ਹਨ ਪਰਮੇਸ਼ਰ ਨੇ ਦਿੱਤੇ ਕਿ ਇਹ ਕੇਸਾਂ ਦੇ ਨਾਲ ਜਿਹੜਾ ਹੈ ਤੈਨੂੰ ਹਮੇਸ਼ਾ ਪਰਮੇਸ਼ਰ ਚੇਤੇ ਆਵੇ, ਉਹ ਪਰਮੇਸ਼ਰ 'ਚ ਤੇਰਾ ਚਿੱਤ ਜੁੜਿਆ ਰਵੇ। ਤੇ ਇਹ ਕੇਸ ਇਸ ਕਰਕੇ ਦਿੱਤੇ ਕਿ ਪਰਮੇਸ਼ਰ ਵੀ ਜਿਹੜਾ ਹੈ ਉਹ ਵੀ ਕੇਸਾਂ ਵਾਲੇ ਗੁਰੂ ਨੇ ਕਿਹਾ ਹੈ। ਕਹਿੰਦੇ ਉਹ ਵੀ ਜਦੋਂ ਉਹਦੇ ਦਰਸ਼ਨ ਕਰੀਏ ਤਾਂ ਕਹਿੰਦੇ ਉਹ ਵੀ ਤਾਂ ਵੀ ਕੇਸਾਂ ਵਾਲਾ ਹੀ ਹੋਇਆ, ਜਿੰਨੀ ਵਾਰੀ ਵੀ ਉਹਨਾਂ ਨੇ ਦਰਸ਼ਨ ਦਿੱਤੇ ਹਨ। ਸੋ ਇਉਂ ਕਰਕੇ ਜਿਹਨੇ ਲੰਬੜੇ ਵਾਲਾ, ਸੋ ਸੋਹਣੇ ਨੱਕ ਜਿਨ ਲੰਬੜੇ ਵਾਲਾ, ਇਹੀ ਜਿਹੜਾ ਸ਼ਬਦ ਵੀ ਆਉਂਦਾ ਹੈ। ਸੋ ਇਸ ਪ੍ਰਕਾਰ ਕਰਕੇ ਕਹਿੰਦੇ ਤੈਨੂੰ ਵਾਲ ਵੀ ਦਿੱਤੇ ਉਹ ਪਰਮੇਸ਼ਰ ਨੇ ਤੇਰੀ ਸੁੰਦਰਤਾ ਨੂੰ ਵਧਾਉਣ ਵਾਸਤੇ। ਕਹਿੰਦੇ ਗਨਾਇਆ ਜਿਹੜਾ ਹਨ, ਫਿਰ ਕਹਿੰਦੇ ਉਹ ਜਿਹੜਾ ਗਨਾਇਆ, ਕਹਿੰਦੇ ਦੇਖੋ ਪਰਮੇਸ਼ਰ ਦੀ ਲੀਲਾ ਐਸੀ ਹੈ, ਇੱਕ ਇੱਕ ਵਾਲ ਦੇ ਪਿੱਛੇ ਇੱਕ ਇੱਕ ਛੇਕ ਤੇਰੇ ਸਰੀਰ ਦੇ ਵਿੱਚ ਹੈ, ਇੱਕ ਇੱਕ ਗਲੀ ਫੌਸਲ ਬਣਿਆ ਹੋਇਆ ਹੈ ਜਿਹਦੇ ਵਿੱਚੋਂ ਕੇਸ ਬਾਹਰ ਨਿਕਲਦਾ ਹੈ। ਦੇਖੋ ਕਿੰਨੀ ਅਸਚਰਜ ਗੱਲ ਹੈ, ਹਰ ਇੱਕ ਕੇਸ ਦੇ ਪਿੱਛੇ ਕਹਿੰਦੇ ਇੱਕ ਸੁਰਾਖ ਹੈ ਜਾਂ ਇੱਕ ਜਿਹੜੀ ਹੈ ਉਹ ਰੋਮ ਦੇ ਵਿੱਚ ਬਣਾਈ ਹੋਈ ਹੈ, ਜਿਹਦੇ ਕਰਕੇ ਅੰਦਰੋਂ ਗਰਮੀ ਬਾਹਰ ਆਉਂਦੀ ਹੈ, ਜਿਹਦੇ ਕਰਕੇ ਅੰਦਰੋਂ ਮੁੜਕਾ ਵੀ ਆਉਂਦਾ ਹੈ, ਜਿਹੜਾ ਕਿ ਦੇਖੋ ਹਰ ਇੱਕ ਰੋਮ ਜਿਹੜਾ ਉਹ ਜਿਉਂਦਾ ਹੈ, ਉਹ ਅਲਾਈਵ ਹੈ। ਦੇਖੋ ਐਸਾ ਗਨਾਇਆ ਪਰਮਾਤਮਾ ਨੇ, ਐਸਾ ਇਹ ਸਰੀਰ ਬਣਾਇਆ ਤੇਰਾ। ਦ੍ਰਿਸ਼ਟ ਸ਼ਬਦ ਗਤ ਸੁਰਤ ਲੈਵ। ਹੁਣ ਦੇਖੋ ਦ੍ਰਿਸ਼ਟ, ਤੇਰੀ ਦ੍ਰਿਸ਼ਟੀ ਚਾਹੀਦੀ ਹੈ ਜਿਹੜੇ ਪਰਮੇਸ਼ਰ ਦੇ ਚਰਨਾਂ ਨਾਲ ਜੁੜੇ। ਜਿੱਥੇ ਵੀ ਤੂੰ ਦੇਖੇ ਤੈਨੂੰ ਪਰਮੇਸ਼ਰ ਹੀ ਦਿਸੇ, ਤੈਨੂੰ ਪਰਮੇਸ਼ਰ ਦਾ ਸਰੂਪ ਹੀ ਦਿਸਣਾ ਚਾਹੀਦਾ ਹੈ। ਤੂੰ ਕੰਨ, ਜਿਹੜੇ ਤੇਰੇ ਕੰਨ ਨੇ ਤੈਨੂੰ ਹਮੇਸ਼ਾ ਸ਼ਬਦ ਹੀ ਸੁਣਨਾ ਚਾਹੀਦਾ ਹੈ। ਜਿੱਥੇ ਵੀ ਤੂੰ ਸੁਣੇ ਉੱਥੇ ਤੈਨੂੰ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਣੀ ਚਾਹੀਦੀ ਹੈ। ਜਿੱਥੇ ਵੀ ਤੇਰਾ ਜਿਹੜਾ ਹਨ ਧਿਆਨ ਜਾਵੇ, ਜਿੱਥੇ ਤੈਨੂੰ ਕੁਝ ਵੀ ਸੁਣਨ ਨੂੰ ਮਿਲੇ, ਹਰ ਇੱਕ ਆਵਾਜ਼ ਦੇ ਵਿੱਚੋਂ ਤੈਨੂੰ ਵਾਹਿਗੁਰੂ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਫੇਰ ਗੱਤ, ਤੈਨੂੰ ਚੱਲਣ ਦੀ ਸ਼ਕਤੀ ਮਹਾਰਾਜ ਨੇ ਦਿੱਤੀ, ਤੇਰੇ ਅੰਦਰ ਚੱਲਣ ਦੀ, ਹਿਲਾਉਣ ਦੀ, ਤੇਰੇ ਸਰੀਰ ਨੂੰ ਜਿਹੜਾ ਹਨ ਕੋਈ ਵੀ ਕਾਰਜ ਕਰਨ ਵਾਸਤੇ, ਹਿਲਾਉਣ ਵਾਸਤੇ ਇਹ ਗੱਤ, ਇਹ ਰਫਤਾਰ ਤੈਨੂੰ ਗੁਰੂ ਮਹਾਰਾਜ ਨੇ ਪਰਮੇਸ਼ਰ ਨੇ ਦਿੱਤੀ ਹੈ। ਫੇਰ ਸੁਰਤ ਤੈਨੂੰ ਅੰਦਰ ਦਿੱਤੀ ਹੈ ਕਨਸੈਂਟਰੇਸ਼ਨ ਬਣਾਉਣ ਵਾਸਤੇ, ਜਿਹਦੇ ਕਰਕੇ ਤੂੰ ਆਪਣਾ ਧਿਆਨ ਜੋੜ ਸਕੇ, ਆਪਣੀ ਲਿਵ ਜੋੜ ਸਕੇ। ਰਾਗ ਰੰਗ ਰਸ ਪਰਸ ਲੁਭਾਇਆ। ਪਰ ਕਹਿੰਦੇ ਗੱਲ ਕੀ ਹੁੰਦੀ ਹੈ, ਇਹ ਅੱਖਾਂ ਜਿਹੜੀਆਂ ਹਨ ਰਾਗ, ਇਹ ਜਿਹੜਾ ਹਨ ਰਾਗ ਰੰਗ ਦੇ ਵਿੱਚ ਅੱਖਾਂ ਜਿਹੜੀਆਂ ਹਨ ਉਹ ਤਾਂ ਜਿਹੜਾ ਹਨ ਰੰਗ ਵਿੱਚ ਜੁੜ ਗਈਆਂ, ਤੇ ਜਿਹੜਾ ਹਨ ਕੰਨ ਜਿਹੜੇ ਹਨ ਉਹ ਰਾਗਾਂ ਵਿੱਚ ਲੱਗ ਗਏ। ਸੋ ਹੋਰੇ ਆਵਾਜ਼ਾਂ ਵਿੱਚ ਪੈ ਗਏ, ਜਿਹੜੀਆਂ ਆਵਾਜ਼ਾਂ ਦੇ ਨਾਲ ਪਰਮੇਸ਼ਰ ਭੁੱਲਦਾ ਹੈ। ਫਿਰ ਰੰਗ, ਕਹਿੰਦੇ ਅੱਖਾਂ ਰੰਗ ਦੇਖਣਾ ਸ਼ੁਰੂ ਕਰ ਦਿੱਤਾ। ਇਹਨੇ ਦੁਨੀਆ ਦੀ ਬਣਾਵਟ ਨੂੰ ਦੁਨੀਆ ਦੀ ਕਰਕੇ ਜਾਣ ਲਿਆ, ਇਹਨੇ ਪਰਮੇਸ਼ਰ ਦੀ ਨਹੀਂ ਜਾਣਿਆ। ਸੋ ਇਸ ਕਰਕੇ ਇਹਨਾਂ ਨੇ ਰੰਗ ਦੇਖਣੇ ਸ਼ੁਰੂ ਕਰ ਦਿੱਤੇ। ਰਸ, ਇਹਨੇ ਦੁਨੀਆ ਦੇ ਰਸ ਲੈਣੇ ਸ਼ੁਰੂ ਕਰ ਦਿੱਤੇ। ਟੇਸਟ ਜਿਹੜੇ ਹੁੰਦੇ ਨੇ, ਇਹਨੇ ਦੁਨਿਆਵੀ ਮਾਇਆ ਦੇ ਟੇਸਟ ਲੈਣੇ ਸ਼ੁਰੂ ਕਰ ਦਿੱਤੇ। ਪਰਸ, ਟੱਚ ਜਿਹੜਾ ਹੁੰਦਾ ਹੈ, ਕਹਿੰਦੇ ਟੱਚ ਕਰਨਾ, ਹਰ ਇੱਕ ਚੀਜ਼ ਨੂੰ ਡਿਫਰੈਂਟਲੀ ਟੱਚ ਕਰਕੇ ਦੇਖਣਾ, ਉਹ ਟੱਚ ਕਰਨ ਦੀ ਜਿਹੜੀ ਲਾਲਸਾ ਅੰਦਰੋਂ ਉਹ ਵੀ ਵੱਧ ਗਈ ਤੇਰੇ। ਕਹਿੰਦੇ ਲੁਭਾਇਆ, ਇਹ ਚੀਜ਼ਾਂ ਨੂੰ ਤੂੰ ਲੁਭਾਏਮਾਨ ਹੋ ਗਿਆ। ਤੈਨੂੰ ਦਿੱਤੀਆਂ ਤਾਂ ਇਹ ਸਾਰੀਆਂ ਚੀਜ਼ਾਂ ਸਨ, ਇੰਦਰੇ ਗਿਆਨ, ਇੰਦਰੇ ਕਰਮ, ਇੰਦਰੇ ਤੈਨੂੰ ਦਿੱਤੇ ਤਾਂ ਤੂੰ ਪਰਮੇਸ਼ਰ ਵਿੱਚ ਜੁੜ ਸਕੇ, ਤੂੰ ਪਰਮੇਸ਼ਰ ਵਿੱਚ ਜਾ ਮਿਲੇ। ਪਰ ਤੂੰ ਇਹ ਚੀਜ਼ਾਂ ਨੂੰ ਗਲਤ ਪਾਸੇ ਹੀ ਲਾ ਲਿਆ। ਹੁਣ ਉੱਤਮ ਕੁਲ ਉੱਤਮ ਜਨਮ। ਦੇਖੋ ਪਰਮੇਸ਼ਰ ਨੇ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ। ਤੈਨੂੰ ਉੱਤਮ ਜਿਹੜੇ ਕੁਲ ਦੇ ਵਿੱਚ, ਦੇਖੋ ਜਿਹੜਾ ਉੱਤਮ ਕੁਲ ਦਾ ਮਤਲਬ ਹੁੰਦਾ ਹੈ ਵੀ ਤੇਰੀ ਜਿਹੜੀ ਜਨਰੇਸ਼ਨ ਹੈ ਰੈਸਪੈਕਟਡ ਹੈ,
ਤੈਨੂੰ ਤੇਰੀ ਇੱਜ਼ਤ ਹੈ ਤੇਰੀ ਫੈਮਿਲੀ ਦੀ। ਕਹਿੰਦੇ ਤੈਨੂੰ ਚੰਗੀ ਉੱਤਮ ਕੁਲ ਦੇ ਵਿੱਚ ਤੇਰਾ ਜਨਮ ਦਿੱਤਾ, ਉੱਤਮ ਤੇਰਾ ਜਨਮ ਮਾਨਸ ਜਨਮ ਤੈਨੂੰ ਦਿੱਤਾ, ਜਿੱਥੇ ਕੁੱਤੇ ਬਿੱਲੇ ਵੀ ਹਨ, ਹਾਂਜੀ ਪਸ਼ੂ ਪੰਖੀ ਵੀ ਹਨ, ਕੀੜੇ ਮਕੌੜੇ ਵੀ ਹਨ, ਤੇ ਕਿੰਨੇ ਜਨਮ ਹੋਰ ਹਨ, ਪਰ ਪਰਮੇਸ਼ਰ ਨੇ ਤੈਨੂੰ ਮਨੁੱਖ ਦੇ ਦਿੱਤੀ ਹੈ, ਤੈਨੂੰ ਇਹ ਦੇ, ਤੈਨੂੰ ਇਹ ਸਰੀਰ ਦਿੱਤਾ ਪੂਰਾ ਸੋਹਣਾ। ਰੋਮ ਰੋਮ ਗੁਣ ਅੰਗ ਬਣਾਇਆ। ਫੇਰ ਪਰਮੇਸ਼ਰ ਨੇ ਦੇਖੋ ਰੋਮ ਰੋਮ ਦੇ ਵਿੱਚ ਤੈਨੂੰ ਕੇਸ ਬਖਸ਼ਿਸ਼ ਕੀਤੇ, ਰੋਮ ਰੋਮ ਦੇ ਵਿੱਚ ਆਪਣੀ ਸੱਤਾ ਉਹਨਾਂ ਨੇ ਰੱਖੀ, ਰੋਮ ਰੋਮ ਦੇ ਵਿੱਚ ਤੈਨੂੰ ਦੁਨੀਆ ਫੀਲ ਹੁੰਦੀ ਹੈ। ਕਹਿੰਦੇ ਐਸਾ ਕਰਨ ਦੇ ਨਾਲ ਗੁਣ ਅੰਗ ਬਣਾਇਆ। ਕਹਿੰਦੇ ਦੇਖੋ ਕਿੰਨੇ ਤੇਰੇ ਸੋਹਣੇ ਅੰਗ, ਗੁਣਾ ਵਾਲੇ ਅੰਗ ਬਣਾਏ, ਜਿਹੜੇ ਚੱਲਣ ਵਾਲੇ ਕੰਮ ਕਰਨ ਵਾਲੇ ਅੰਗ ਤੇਰੇ ਬਣਾਏ ਪਰਮੇਸ਼ਰ ਨੇ। ਬਾਲ ਬੁੱਧ ਮੋਹਿ ਦੁੱਧ ਦੇ। ਦੇਖੋ ਫਿਰ ਪਰਮੇਸ਼ਰ ਨੇ ਜਨਮ ਤੋਂ ਲੈ ਕੇ ਜਿੱਦਣ ਦਾ ਤੇਰਾ ਜਨਮ ਹੋਇਆ ਸੰਸਾਰ ਤੇ, ਉਦੋਂ ਤੋਂ ਲੈ ਕੇ ਤੇਰਾ ਖਿਆਲ ਵੀ ਰੱਖਿਆ। ਭਾਈ ਗੁਰਦਾਸ ਜੀ ਕਹਿੰਦੇ ਬਾਲ ਬੁੱਧ, ਜਦੋਂ ਤੇਰੀ ਬਾਲ, ਜੋ ਤੇਰੀ ਅਵਸਥਾ ਛੋਟੀ ਸੀ, ਤੂੰ ਨਿਆਣਾ ਸੀਗਾ ਜਾਂ ਤੂੰ ਜਿਹੜਾ ਹਨ ਟੋਡਲਰ ਸੀਗਾ, ਬੇਬੀ ਸੀਗਾ, ਉਸ ਵੇਲੇ ਵੀ ਤੇਰਾ ਜਿਹੜਾ ਹਨ ਮੂੰਹ ਦੁੱਧ ਦੇ, ਉਦੋਂ ਵੀ ਉਹਨਾਂ ਨੇ ਮਾਤਾ ਦੇ ਜਿਹੜੇ ਹਨ ਥਣਾ ਵਿੱਚ ਦੁੱਧ ਪਹਿਲਾਂ ਹੀ ਪੈਦਾ ਕਰ ਦਿੱਤਾ, ਜਿਹਦੇ ਨਾਲ ਤੈਨੂੰ ਉਸ ਵੇਲੇ ਦੁੱਧ ਵੀ ਮਿਲਿਆ, ਤੈਨੂੰ ਮਾਂ ਜਿਹੜਾ ਦੁੱਧ ਪਿਲਾਉਣ ਵਾਲੀ ਵੀ ਮਿਲ ਗਈ, ਤੈਨੂੰ ਤੇਰੇ ਮੂੰਹ ਵਿੱਚ ਦੁੱਧ ਵੀ ਦੇ ਜਿਹੜਾ ਹਨ ਮਹਾਰਾਜ ਨੇ ਬਖਸ਼ਿਸ਼ ਕੀਤਾ। ਮਲ ਮੂਤਰ ਸੂਤਰ ਵਿੱਚ ਆਇਆ। ਫੇਰ ਦੇਖੋ ਪਰਮਾਤਮਾ ਨੇ ਕਿਹੜੀ ਕਸਰ ਛੱਡੀ, ਪੀਣ ਵਾਸਤੇ ਤੈਨੂੰ ਮੂੰਹ ਦਿੱਤਾ, ਜਿਹੜਾ ਹਨ ਪੀਣ ਵਾਸਤੇ ਤੈਨੂੰ ਦੁੱਧ ਦਿੱਤਾ, ਕਹਿੰਦੇ ਉਹ ਤੈਨੂੰ ਮਾਂ ਦਿੱਤੀ ਪਿਲਾਉਣ ਵਾਸਤੇ। ਫੇਰ ਕਹਿੰਦੇ ਉਹ ਜਿਹੜਾ ਦੁੱਧ ਸੀ ਜਿਹੜਾ ਤੂੰ ਅੰਦਰ ਪੀਂਦਾ ਸੀ, ਉਹ ਤਾਂ ਜਿਹੜਾ ਪਿਸ਼ਾਬ ਆਉਂਦਾ ਹੈ ਜਾਂ ਤੇਰਾ ਜਿਹੜਾ ਮੋਸ਼ਨ ਆਉਂਦਾ ਹੈ, ਉਹਦੇ ਵਾਸਤੇ ਵੀ ਤੈਨੂੰ ਅੰਗ ਪੂਰੇ ਦਿੱਤੇ, ਜਿਹਦੇ ਕਰਕੇ ਤੇਰਾ ਜਿਹੜਾ ਹੈ ਵੇਸਟ ਵੀ ਚੰਗੀ ਤਰ੍ਹਾਂ ਨਿਕਲ ਜਾਵੇ ਤੇਰੇ ਸਰੀਰ ਤੋਂ, ਤੇਰੀ ਲਿਕਵਿਡ ਲਿਕਣ ਵਾਸਤੇ ਵੀ ਤੈਨੂੰ ਜਿਹੜਾ ਹੈ ਉਹ ਵੀ ਲਿੰਗ ਵੀ ਤੈਨੂੰ ਦਿੱਤਾ। ਕਹਿੰਦੇ ਤੈਨੂੰ ਹੋਰ ਕੀ ਚਾਹੀਦਾ ਹੈ। ਦੇਖੋ ਪਰਮੇਸ਼ਰ ਨੇ ਸਭ ਕੁਝ ਤੈਨੂੰ ਕੀਤਾ, ਸਭ ਤੇਰਾ ਪ੍ਰਬੰਧ ਕਰਕੇ ਰੱਖਿਆ। ਹੋਏ ਸਿਆਣਾ ਸਮਝਿਆ। ਦੇਖੋ ਜਿਸ ਦਿਨ ਤੂੰ ਸਿਆਣਾ ਹੋ ਗਿਆ, ਹੁਣ ਦੇਖੋ ਨਾ ਭਾਈ ਗੁਰਦਾਸ ਨੇ ਇੱਕ ਬਹੁਤ ਸੋਹਣਾ ਇੱਥੇ ਐਗਜ਼ਾਮਪਲ ਬਣਾ ਕੇ ਆਪਾਂ ਨੂੰ ਦੱਸਿਆ ਹੈ। ਕਹਿੰਦੇ ਜਿਸ ਵੇਲੇ ਤੇਰੇ ਅੰਦਰ ਅਜਰਾ ਹਨ, ਜਿਸ ਵੇਲੇ ਤੂੰ ਬਣਿਆ ਨਹੀਂ ਸੀ, ਰਕਤ ਤੇ ਬਿੰਦ ਨੂੰ ਜੋੜ ਕੇ ਮਾਤਾ ਦੀ ਗਰਭ ਵਿੱਚ ਤੈਨੂੰ ਰੱਖ ਕੇ ਤੇਰੇ ਸਾਰੇ ਅੰਗ ਪਰਮਾਤਮਾ ਨੇ ਚੰਗੀ ਤਰ੍ਹਾਂ ਬਣਾਏ। ਪਰਮਾਤਮਾ ਨੇ ਜਦੋਂ ਤੱਕ ਤੇਰਾ ਸਰੀਰ ਬਣਾਇਆ, ਉਹਨਾਂ ਨੇ ਤਾਂ ਪੂਰਾ ਹੀ ਬਣਾਇਆ, ਪੂਰਾ ਸੰਪੂਰਨ ਸਰੀਰ ਬਣਾਇਆ, ਤੇਰੇ ਅੰਦਰ ਆਪਣੀ ਸ਼ਕਤੀ ਵੀ ਰੱਖੀ, ਤੇਰੇ ਅੰਦਰ ਜਿਉ ਤੇਰੀ ਸੋਲ ਵੀ ਰੱਖੀ। ਤੇ ਕਹਿੰਦੇ ਫੇਰ ਪਰਮਾਤਮਾ ਨੇ ਤੇਰੇ ਜਨਮ ਵੇਲੇ ਜਦੋਂ ਤੂੰ ਬੇਬੀ ਸੀਗਾ, ਤੂੰ ਕੁਝ ਨਹੀਂ ਕਰ ਸਕਦਾ ਸੀਗਾ, ਉਸ ਵੇਲੇ ਵੀ ਪਰਮਾਤਮਾ ਨੇ ਤੇਰਾ ਖਿਆਲ ਰੱਖਿਆ। ਉਹ ਮਾਂ ਤੈਨੂੰ ਦਿੱਤੀ ਤੇ ਜਿਹੜਾ ਹਨ ਤੈਨੂੰ ਦੁੱਧ ਵੀ ਪਿਲਾਉਂਦੀ ਹੈ, ਤੇਰੀ ਵਿਸ਼ਟਾ ਨੂੰ ਵੀ ਚੱਕਦੀ ਹੈ, ਤੇਰਾ ਖਿਆਲ ਰੱਖਦੀ ਹੈ। ਪਰ ਬਣਿਆ ਕੀ? ਕਹਿੰਦੇ ਹੁਣ ਦੇਖੋ ਬੰਦੇ ਦਾ ਬਣਿਆ ਕੀ, ਕਹਿੰਦੇ ਹੋਏ ਸਿਆਣਾ ਸਮਝਿਆ। ਜਦੋਂ ਸਿਆਣਾ ਹੋ ਗਿਆ ਨਾ, ਜਦੋਂ ਆਪਣੇ ਆਪ ਤੁਰਨਾ ਸ਼ੁਰੂ ਕਰ ਲਿਆ, ਜਦੋਂ ਆਪਣੇ ਆਪ ਖਾਣਾ ਸ਼ੁਰੂ ਕਰ ਲਿਆ, ਜਦੋਂ ਆਪਣੇ ਆਪ ਨੂੰ ਸੰਭਾਲਣਾ ਸ਼ੁਰੂ ਕਰ ਲਿਆ, ਪੈਸੇ ਕਮਾਉਣ ਲੱਗ ਪਿਆ, ਕੰਮ ਕਰਨ ਲੱਗ ਪਿਆ, ਜਿਹੜਾ ਹਨ ਉਦੋਂ ਫਿਰ ਬੰਦੇ ਨੇ ਕੀ ਕੀਤਾ? ਕਰਤਾ ਛੱਡ ਕੀਤੇ ਲਪਟਾਇਆ। ਦੇਖੋ ਇਹਨੇ ਸਭ ਤੋਂ ਪਹਿਲੀ ਗੱਲ ਕੀ ਕੀਤੀ? ਕਰਤੇ ਛੱਡ। ਇਹਨੇ ਪਰਮਾਤਮਾ ਨੂੰ ਛੱਡ ਦਿੱਤਾ, ਇਹਨੇ ਪਰਮਾਤਮਾ ਨੂੰ ਭੁਲਾ ਦਿੱਤਾ ਜਿਹਨੇ ਹੁਣ ਤੱਕ ਇਹਨੂੰ ਇੱਥੋਂ ਤੱਕ ਪਹੁੰਚਾਇਆ ਸੀ। ਪਰਮਾਤਮਾ ਨੇ ਦੇਣ ਵਿੱਚ ਕੋਈ ਕਸਰ ਨਾ ਛੱਡੀ, ਪਰ ਕਹਿੰਦੇ ਜਦੋਂ ਬੰਦਾ ਸਿਆਣਾ ਹੋ ਗਿਆ ਨਾ, ਉਹਨੇ ਕਰਤਾ ਛੱਡ, ਉਹਨੇ ਪਰਮਾਤਮਾ ਨੂੰ ਛੱਡ ਦਿੱਤਾ, ਪਰਮਾਤਮਾ ਨੂੰ ਭੁਲਾ ਕੇ ਕੀਤੇ ਲਪਟਾਇਆ, ਪਰਮਾਤਮਾ ਦੀ ਕ੍ਰੀਏਸ਼ਨ ਦੇ ਵਿੱਚ ਹੀ ਉਲਝ ਗਿਆ। ਫਿਰ ਉਹਨੇ ਜਿਹੜਾ ਹਨ ਕਰਤਾ ਕ੍ਰੀਏਟਰ ਨੂੰ ਛੱਡ ਕੇ ਉਸ ਦੀ ਕ੍ਰੀਏਸ਼ਨ ਦੇ ਵਿੱਚ ਹੀ ਭੁੱਲ ਗਿਆ, ਉਹ ਆਪਣੇ ਆਪ ਉਹਦੇ ਵਿੱਚ ਲਪਾਏਮਨ ਹੋ ਗਿਆ, ਉਹਦੇ ਵਿੱਚ ਹੀ ਇਹਨੇ ਪਰਮਾਤਮਾ ਨੂੰ ਬਿਲਕੁਲ ਹੀ ਆਪਣੇ ਮਨ ਤੋਂ ਕੱਢ ਦਿੱਤਾ। ਦੇਖੋ ਇਹ ਬੰਦੇ ਦਾ ਹਾਲ ਹੈ। ਪਰਮਾਤਮਾ ਤਾਂ ਸਭ ਕੁਝ ਕਰਦਾ ਹੈ, ਜਦੋਂ ਬੰਦੇ ਦੇ ਹੱਥ ਵਿੱਚ ਆਉਂਦਾ ਹੈ ਨਾ, ਉਹ ਸਭ ਤੋਂ ਪਹਿਲਾਂ ਕਰਤਾ ਪਰਮਾਤਮਾ ਨੂੰ ਭੁਲਾਉਂਦਾ ਹੈ। ਫਿਰ ਦੇਖੋ ਅੰਦਰ ਹਉਮੈ ਵੱਧਦੀ ਹੈ, ਹਉਮੈ ਦੇ ਕਰਕੇ ਉਹ ਆਪਣੇ ਆਪ ਨੂੰ ਕਰਤਾ ਮੰਨ ਲੈਂਦਾ ਹੈ। ਫਿਰ ਦੇਖੋ ਇੱਥੋਂ ਤੱਕ ਬੰਦਾ ਚਲਿਆ ਜਾਂਦਾ ਹੈ। ਗੁਰ ਪੂਰੇ ਬਿਨ ਮੋਹਿਆ ਮਾਇਆ। ਹੁਣ ਭਾਈ ਗੁਰਦਾਸ ਨੇ ਕਨਕਲੂਸ਼ਨ ਦੇ ਦਿੱਤਾ, ਕਹਿੰਦੇ ਦੇਖੋ ਨਾ, ਪੂਰੇ ਗੁਰੂ ਤੋਂ ਬਗੈਰ, ਗੁਰੂ ਨਾਨਕ ਮਹਾਰਾਜ ਤੋਂ ਬਗੈਰ ਜੇ ਤੁਸੀਂ ਆਪਣੇ ਜੀਵਨ ਨੂੰ ਜਿਹੜਾ ਹੈ ਵਰਤਾਓਗੇ, ਇਹਦੇ ਵਿੱਚ ਤੁਸੀਂ ਜੇ ਇਹ ਜੀਵਨ ਨੂੰ ਤੁਸੀਂ ਗੁਜ਼ਾਰੋਗੇ ਗੁਰੂ ਨਾਨਕ ਤੋਂ ਬਗੈਰ, ਤਾਂ ਕੀ ਹੈ? ਜਿਹੜਾ ਹਨ ਮਾਇਆ ਮੋਹਿਆ। ਬਸ ਮਾਇਆ ਨੇ ਤੁਹਾਨੂੰ ਮੋਹ ਲੈਣਾ, ਮਾਇਆ ਨੇ ਤੁਹਾਨੂੰ ਆਪਣੇ ਜਾਲ ਵਿੱਚ ਫਸਾ ਲੈਣਾ। ਤੋ ਝੂਠੇ ਤੁਹਾਨੂੰ ਭਰੋਸੇ ਦੇ ਦੇ ਕੇ ਮਾਇਆ ਨੇ ਤੁਹਾਨੂੰ ਝੂਠੇ ਸੁੱਖ ਦਿਖਾ ਕੇ ਉਹ ਜਿਹੜਾ ਸਦੀਵੀ ਸੁੱਖ ਆਨੰਦ ਹੈ ਉਸ ਤੋਂ ਤੁਹਾਨੂੰ ਬਿਲਕੁਲ ਹੀ ਭੁਲਾ ਦੇਣਾ ਹੈ। ਸੋ ਇਸ ਕਰਕੇ ਗੁਰੂ ਨਾਨਕ ਤੋਂ ਭੁੱਲਿਆ, ਕਹਿੰਦੇ ਵਿਆਪਨ ਸਭੈ ਰੋਗ, ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ, ਉਹ ਹਾਲ ਹੋ ਜਾਂਦਾ ਹੈ।
ਸਾਰੇ ਰੋਗ ਆ ਪੈਂਦੇ ਨੇ ਜਦੋਂ ਆਪਾਂ ਪਰਮਾਤਮਾ ਨੂੰ ਭੁਲਾ ਦਿੰਦੇ ਹਾਂ ਤੇ ਮਾਇਆ ਦੇ ਕਰਕੇ ਫਿਰ ਆਪਣਾ 84 ਲੱਖ ਜੂਨ ਉਹ ਹੁੰਦੀ ਹੈ। ਉਹ ਵੀ ਕਿਉਂ ਹੁੰਦੀ ਹੈ? ਮਾਇਆ ਕਰਕੇ ਹੀ ਹੁੰਦੀ ਹੈ ਨਾ। ਉਹ ਵੀ ਮਾਇਆ ਦੇ ਚੱਕਰਾਂ ਵਿੱਚ ਵੀ ਫਸੇ ਰਹਿੰਦੇ ਹਾਂ। ਇਹ ਕੰਮ ਕਿਤੇ ਫਿਰ ਮੁੱਕਦਾ ਨਹੀਂ। ਭਾਈ ਗੁਰਦਾਸ ਨੇ ਬੜਾ ਸੋਹਣਾ ਆਪਾਂ ਨੂੰ ਸਮਝਾ ਦਿੱਤਾ ਇੱਥੇ। ਇਸ ਕਰਕੇ ਗੁਰੂ ਨਾਨਕ ਨੂੰ ਨਾ ਕਿਤੇ ਭੁਲਾਇਓ। ਗੁਰੂ ਨਾਨਕ ਸੱਚੇ ਪਾਤਸ਼ਾਹ ਹੀ ਆਪਣੇ ਸਭ ਕੁਝ ਹਨ। ਹੋਏ ਸਿਆਣਾ ਸਮਝਿਆ, ਕਰਤਾ ਛੱਡ ਕੀਤੇ ਲਪਟਾਇਆ, ਗੁਰ ਪੂਰੇ ਬਿਨ ਮੋਹਿਆ ਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ